मंत्र पाठ करिए तो उसके बाद आप केक कटेंगे। एक ओंकार सतनाम करता पुरुष देव निर्भय काल मूर्त मुनि सपंग गर्भ साजत आसत नासत हाथी सत नानक होती पी सत वाहिगुरु 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 बोले सोनिया। Happy birthday to you. Happy birthday to you. Happy birthday. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹੁਣ ਬੇਟਾ ਆਪਾਂ ਗੱਲ ਕਰਨ ਜਾ ਰਹੇ ਹਾਂ ਨਿਤਨੇਮ ਬਾਰੇ। ਗੁਰਬਾਣੀ ਜਾਂ ਨਿਤਨੇਮ ਕੀ ਹੈ ਔਰ ਨਿਤਨੇਮ ਕਰਨ ਲੱਗਿਆਂ ਜਾਂ ਗੁਰਬਾਣੀ ਪੜ੍ਹਨ ਲੱਗਿਆਂ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ। ਇੱਥੇ ਕਾਫੀ ਬੱਚੇ ਪੰਜਾਬੀ ਕਲਾਸ ਦੇ ਬੈਠੇ ਨੇ ਜਿਹੜੇ ਕਿ ਪੰਜਾਬੀ ਵੀ ਸਿੱਖ ਰਹੇ ਨੇ ਔਰ ਗੁਰਬਾਣੀ ਦਾ ਪਾਠ ਵੀ ਸਿੱਖ ਰਹੇ ਨੇ। ਸੋ ਇਹ ਹੈਗਾ ਗਾਈਡ ਟੂ ਕੈਰਿੰਗ ਆਊਟ ਨਿਤਨੇਮ। ਵੀ ਨਿਤਨੇਮ ਕਰਨ ਵਾਸਤੇ ਸਾਨੂੰ ਮਤਲਬ ਕੀ ਮਾਰਗਦਰਸ਼ਨ ਹੈ, ਕਿੱਦਾਂ ਸਾਨੂੰ ਨਿਤਨੇਮ ਕਰਨਾ ਚਾਹੀਦਾ। ਸੋ ਸਭ ਤੋਂ ਪਹਿਲਾਂ ਨਿਤਨੇਮ ਦਾ ਮਤਲਬ ਕੀ ਹੈ। ਵਾਟ ਡਸ ਨਿਤਨੇਮ ਮੀਨ। ਨਿਤਨੇਮ ਦੋ ਸ਼ਬਦਾਂ ਤੋਂ ਬਣਿਆ ਹੈ, ਨਿਤ ਐਂਡ ਨੇਮ। ਨਿਤ ਮਤਲਬ ਆਲਵੇਜ਼ ਔਰ ਐਵਰੀਡੇ, ਵੀ ਜਿਹੜਾ ਕੰਮ ਅਸੀਂ ਹਰ ਰੋਜ਼ ਕਰਦੇ ਹਾਂ। ਨੇਮ ਮਤਲਬ ਪ੍ਰੈਕਟਿਸ ਔਰ ਰੂਟੀਨ, ਜਿਹੜੀ ਵੀ ਚੀਜ਼ ਦਾ ਅਭਿਆਸ ਆਪਾਂ ਹਰ ਰੋਜ਼ ਕਰਦੇ ਹਾਂ ਉਸ ਨੂੰ ਨਿਤਨੇਮ ਕਿਹਾ ਜਾਂਦਾ ਹੈ। ਸੋ ਦਾ ਟਰਮ ਨਿਤਨੇਮ ਲਿਟਰਲੀ ਮੀਨਸ ਡੇਲੀ। ਜਿਹੜਾ ਸਿੱਖੀ ਦੇ ਵਿੱਚ ਗੁਰਬਾਣੀ ਦਾ ਨਿਤਨੇਮ, ਜਿਹੜਾ ਨਿਤਨੇਮ ਸ਼ਬਦ ਹੈ ਉਹ ਕਿ ਗੁਰਬਾਣੀ ਦੇ ਨਾਲ ਫਿਕਸ ਹੋ ਗਿਆ ਹੈ। ਜਦੋਂ ਆਪਾਂ ਨਿਤਨੇਮ ਦੀ ਗੱਲ ਕਰਦੇ ਹਾਂ ਉਸ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਸਿੱਖ ਹਰ ਰੋਜ਼ ਪ੍ਰੇਅਰ ਕਰਦਾ ਹੈ, ਨਿਤਨੇਮ ਕਰਦਾ, ਸਵੇਰੇ
ਸ਼ਾਮ ਅਤੇ ਰਾਤ ਨੂੰ ਉਸ ਨੂੰ ਕਿਹਾ ਜਾਂਦਾ ਨਿਤ। ਵਟ ਆਰ ਦਾ ਨਿਤਨੇਮ ਬਾਣੀ? ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨੇ ਇੱਕ ਸਿੱਖ ਦੀਆਂ, ਜਿੱਦਾਂ ਇਸਲਾਮ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਦਿਨ ਵਿੱਚ 5 ਵਾਰੀ ਪ੍ਰੇਅਰ ਕਰਦੇ ਨੇ 5 ਟਾਈਮ, ਉਸੇ ਤਰ੍ਹਾਂ ਸਿੱਖੀ ਦੇ ਵਿੱਚ ਇੱਕ ਸਿੱਖ ਜਿਹਨੇ ਅੰਮ੍ਰਿਤ ਛਕਿਆ ਹੈ ਉਸ ਦੀ ਇਹ ਰਿਕੁਆਇਰਮੈਂਟ ਹੈ, ਉਸ ਦੀ ਇਹ ਜ਼ਰੂਰਤ ਹੈ ਕਿ ਉਹ ਦਿਨ 'ਚ 3 ਵਾਰੀ ਨਿਤਨੇਮ ਕਰੇ। ਇੱਕ ਹੈ ਅੰਮ੍ਰਿਤ ਵੇਲੇ ਮਾਰਨਿੰਗ ਟਾਈਮ ਔਰ ਦੂਜਾ ਹੈ ਸ਼ਾਮ ਵੇਲੇ। ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਨਾਮ ਇਦਾਂ ਹਨ: ਜਪਜੀ ਸਾਹਿਬ, ਜਾਪ ਸਾਹਿਬ, ਤਵ ਪ੍ਰਸਾਦ ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ। ਜਿਹੜੀ ਬਾਣੀ ਜਪਜੀ ਸਾਹਿਬ ਹੈ ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ, ਤੇ ਜਾਪ ਸਾਹਿਬ, ਤਵ ਪ੍ਰਸਾਦ ਸਵਈਏ, ਚੌਪਈ ਸਾਹਿਬ ਜਿਹੜੀ ਬਾਣੀ ਹੈ 3 ਬਾਣੀਆਂ ਨੇ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਹੈ। ਉਸ ਤੋਂ ਬਾਅਦ ਜਿਹੜੀ 5ਵੀਂ ਬਾਣੀ ਆਨੰਦ ਸਾਹਿਬ ਜਿਹੜੀ ਬਾਣੀ ਹੈ 3ਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹੈ। ਸ਼ਾਮ ਵੇਲੇ ਦੀ ਬਾਣੀ ਦਾ ਨਾਮ ਕੀ ਹੈ? ਜਿਹੜੀ ਸੰਧਿਆ ਵੇਲੇ ਸ਼ਾਮ ਵੇਲੇ ਦੀ ਬਾਣੀ ਜਿਹੜੀ ਹੈ ਉਹ ਜਦੋਂ ਸੂਰਜ ਛਿਪਦਾ ਹੈ ਉਸ ਸਮੇਂ ਉਸ ਦਾ ਪਾਠ ਕੀਤਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਬੋਲੋ ਜੀ ਸਾਰੇ। ਹਾਂਜੀ, ਉਸ ਤੋਂ ਬਾਅਦ ਤੀਜੇ ਨੰਬਰ ਦੀ ਜਿਹੜੀ ਆਪਣੀ ਬਾਣੀ ਹੈ ਨਿਤਨੇਮ ਦੀ, ਉਹ ਸੌਣ ਵੇਲੇ ਦੀ ਹੈ। ਜਦੋਂ ਆਪਾਂ ਨੂੰ ਪੂਰੀ ਨੀਂਦ ਆਈ ਹੁੰਦੀ ਹੈ, ਜਦੋਂ ਆਪਾਂ ਬੈੱਡ ਤੇ ਜਾ ਕੇ ਸੌ ਜਾਣਾ, ਆਪਾਂ ਨੂੰ ਪੂਰੀ ਨੀਂਦ ਆਈ, ਉਸ ਵਕਤ ਆਪਾਂ ਨੂੰ ਉਹ ਬਾਣੀ ਪੜ੍ਹਨੀ ਚਾਹੀਦੀ ਹੈ। ਸੋਹਿਲਾ ਸਾਹਿਬ ਉਹਦਾ ਕਾਰਨ ਹੈ ਸਾਡੇ ਗੁਰੂ ਸਾਹਿਬ ਅੱਜ ਦੇ ਜਿਹੜੇ ਸਾਇੰਸਦਾਨ ਜਾਂ ਮਨੋਵਿਗਿਆਨਕਾਂ ਤੋਂ ਬਹੁਤ ਜ਼ਿਆਦਾ ਅਗਾਂਹ ਦੀ ਉਹਨਾਂ ਦੀ ਸੋਚ ਸੀ, ਕਿਉਂਕਿ ਜਦੋਂ ਵਿਅਕਤੀ ਸੌਂਦਾ ਹੈ, ਸੌਣ ਵੇਲੇ ਜਿਹੜੇ ਵਿਚਾਰ ਉਸਦੇ ਮਨ ਦੇ ਵਿੱਚ ਆਉਂਦੇ ਹਨ ਉਸ ਦਾ ਪ੍ਰਭਾਵ ਉਸ ਦੇ ਉੱਤੇ ਬਹੁਤ ਵਧੀਆ ਉਹਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹਦਾ ਅਸਰ ਰਹਿੰਦਾ ਹੈ। ਔਰ ਜੋ ਵੀ ਉਹ ਰਾਤ ਨੂੰ ਉਹਦਾ ਮਤਲਬ, ਕਿਉਂਕਿ ਆਪਣਾ ਦਿਮਾਗ ਰਾਤ ਨੂੰ ਵੀ ਚੱਲਦਾ ਰਹਿੰਦਾ, ਸੁਪਨੇ ਆਉਂਦੇ ਨੇ। ਸੋ ਜਦੋਂ ਆਪਾਂ ਬਾਣੀ ਦਾ ਪਾਠ ਕਰਕੇ ਸੌਂਦੇ ਆ ਤਾਂ ਉਸ ਦਾ ਸਾਡੇ ਜਿਹੜੀ ਪਰਸਨੈਲਿਟੀ ਹੈ, ਸਾਡੀ ਇੰਟਰਨਲ ਮਾਈਂਡ ਜਾਂ ਸਾਡੀ ਸਪਿਰਿਚੁਅਲਿਟੀ ਹੈ, ਉਸ ਤੇ ਬਹੁਤ ਚੰਗਾ ਅਸਰ ਪੈਂਦਾ। ਟੋਟਲ ਬਾਣੀਆਂ ਨੇ 7। ਹਾਂਜੀ, ਸਵੇਰ ਦੀਆਂ 5 ਬਾਣੀਆਂ, ਸ਼ਾਮ ਦੀ 1 ਬਾਣੀ ਅਤੇ ਰਾਤ ਨੂੰ ਸੌਣ ਵੇਲੇ ਦੀ 1 ਬਾਣੀ। ਵਾਈ ਸ਼ੁਡ ਅ ਸਿੱਖ ਡੂ ਨਿਤਨੇਮ? ਇੱਕ ਸਿੱਖ ਨੂੰ ਨਿਤਨੇਮ ਕਿਉਂ ਕਰਨਾ ਚਾਹੀਦਾ ਹੈ? ਗੁਰਬਾਣੀ ਕਿਉਂ ਪੜ੍ਹਨੀ ਚਾਹੀਦੀ ਹੈ? ਪਹਿਲਾ ਹੈ ਵੀ ਸਭ ਤੋਂ ਪਹਿਲਾਂ ਦੇਖੋ ਆਪਾਂ ਜਿਹੜਾ ਹੈ ਰੱਬ ਦੇ ਨਾਲ ਕਨੈਕਸ਼ਨ ਬਣਾਉਣਾ ਹੈ, ਕਿਉਂਕਿ ਜਿਹੜਾ ਸਿੱਖੀ ਦਾ ਸਭ ਤੋਂ ਵੱਡਾ ਜਿਹੜਾ ਜ਼ਰੂਰੀ ਪਹਿਲੂ ਹੈ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਪੜ੍ਹਦੇ ਹਾਂ ਉਸ ਵਿੱਚ ਵਾਰ-ਵਾਰ ਹਰ ਥਾਂ ਤੇ ਰੱਬ ਦੀ ਗੱਲ ਆਉਂਦੀ, ਉਹ ਰੱਬ ਤੋਂ ਸ਼ੁਰੂ ਹੁੰਦੀ, ਇੱਕ ਓੰਕਾਰ। ਸੋ ਸਿੱਖੀ ਦੇ ਵਿੱਚ ਜਿੱਦਾਂ ਅੰਗਰੇਜ਼ੀ ਚ ਗੋਡ ਕਿਹਾ ਜਾਂਦਾ ਹੈ ਨਾ, ਜਾਂ ਦੂਜੇ ਇਸਲਾਮ ਚ ਕਹਿੰਦੇ ਨੇ ਅੱਲਾ, ਖੁਦਾ, ਹਿੰਦੂ ਧਰਮ ਚ ਰਾਮ ਕਹਿੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਦੇ ਸਾਰੇ ਹੀ ਨਾਂ ਆਏ ਨੇ। ਜਿੱਦਾਂ ਰਾਮ ਵੀ ਆਇਆ, ਅੱਲਾ ਵੀ ਆਇਆ, ਖੁਦਾ ਵੀ ਆਇਆ, ਗੋਪਾਲ, ਗੁਸਾਈ, ਰਹੀਮ, ਕਰੀਮ, ਮਿਹਰਬਾਨ। So there are a lot of names of God in Guru Granth Sahib, because Guru Nanak Dev Ji, Guru Sahib said it doesn't matter whatever the name you are addressing to the God, but the God is still one। और सारी दुनिया ਦਾ, ਸਾਰੇ ਧਰਮਾਂ ਦਾ, ਸਾਰੀ ਯੂਨੀਵਰਸ ਦਾ ਇੱਕੋ ਇੱਕ ਕ੍ਰੀਏਟਰ, ਇੱਕੋ ਇੱਕ ਰੱਬ ਹੈ। ਠੀਕ ਹੈ। ਸੋ ਸਿੱਖੀ ਦੇ ਮੁਤਾਬਕ ਜਿਹੜੇ ਅਸੀਂ ਸਾਰੇ ਆ, ਸਾਡਾ ਇਸ ਜ਼ਿੰਦਗੀ ਵਿੱਚ ਆਉਣ ਦਾ ਮਕਸਦ ਕੀ ਹੈ? ਕਿਉਂਕਿ ਗੁਰਬਾਣੀ ਦੇ ਵਿੱਚ ਆਉਂਦਾ ਹੈ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵੀ ਇਹ ਜਿਹੜਾ ਮਨੁੱਖਾ ਜੀਵਨ ਆਪਾਂ ਨੂੰ ਮਿਲਿਆ, ਇਹ ਕੋਈ ਸਿਰਫ ਨਹੀਂ ਖੇਡ ਲਿਆ, ਪੜ੍ਹਾਈ ਕਰ ਲਈ, ਵੱਡੇ ਹੋ ਗਏ, ਵਿਆਹ ਹੋ ਗਿਆ, ਬੱਚੇ ਹੋ ਗਏ, ਅੱਗੋਂ ਬੱਚਿਆਂ ਦਾ ਵਿਆਹ ਹੋ ਗਿਆ, ਜ਼ਮੀਨ ਜਾਇਦਾਦ ਬਣ ਗਈ, ਪ੍ਰਾਪਰਟੀ, ਪੈਸਾ, ਬੈਂਕ ਬੈਲੈਂਸ ਸਾਰਾ ਕੁਝ ਹੋ ਗਿਆ, ਐਂਡ ਦੇ ਵਿੱਚ ਬੰਦਾ ਫਿਰ ਬਿਮਾਰ ਹੋ ਗਿਆ, ਬਜ਼ੁਰਗ ਹੋ ਕੇ ਚੜ੍ਹਾਈ ਕਰ ਗਿਆ, ਡੈਥ ਹੋ ਗਈ। ਸੋ ਉਹਨੇ ਕੀ ਪ੍ਰਾਪਤ ਕੀਤਾ? ਸੋ ਕੁਛ ਨਹੀਂ, ਐਂਡ 'ਚ ਖਤਮ। ਇੱਕ ਗਰੀਬ ਬੰਦਾ ਹੈ ਉਹ ਹੀ ਮਰ ਜਾਏਗਾ, ਇੱਕ ਅਮੀਰ ਬੰਦਾ ਹੈ ਉਹ ਹੀ ਮਰ ਜਾਏਗਾ। ਸੋ देयर मस्ट बी a reason behind our birth। ਇਸ ਧਰਤੀ ਤੇ ਆਉਣ ਦਾ ਕੋਈ ਕਾਰਨ ਹੈ। ਉਹ ਕਾਰਨ ਕੀ ਹੈ? ਰੱਬ ਦੇ ਨਾਲ ਜੁੜਨਾ। ਕਿਉਂਕਿ ਗੁਰਬਾਣੀ ਦੇ ਮੁਤਾਬਕ ਅਸੀਂ ਰੱਬ ਦਾ ਇੱਕ ਹਿੱਸਾ, ਔਰ ਅਸੀਂ ਰੱਬ ਤੋਂ ਸਾਡੀ ਆਤਮਾ ਵਿਛੜੀ ਹੋਈ ਹੈ, ਇੱਕ ਵਿਛੋੜਾ ਹੈ। ਸੋ ਉਹ ਵਿਛੋੜੇ ਨੂੰ ਮਿਲਾਪ ਦੇ ਵਿੱਚ ਬਦਲਣ ਦਾ ਇਹ ਮੌਕਾ ਹੈ। ਇਹ ਜਿਹੜੀ ਆਪਾਂ ਨੂੰ ਮਨੁੱਖੀ ਜੀਵਨ ਮਿਲਿਆ ਹੈ, this is a golden opportunity to have the union with God. To achieve that ultimate aim of our life, we have to do something. What we have to do? That we have to follow the instructions of our true Guru Granth Sahib. ਅਸੀਂ ਰੱਬ ਦੇ ਨਾਲ ਜਿਹੜਾ ਆਪਣਾ ਅਧਿਆਤਮਕ ਰਿਸ਼ਤਾ ਬਣਾਉਣਾ ਹੈ, ਉਸ ਵਾਸਤੇ ਸਾਨੂੰ ਹਰ ਰੋਜ਼ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ। ਔਰ ਜਿਹੜੀ ਸਿੱਖ ਧਰਮ ਦੀ ਫਿਲਾਸਫੀ ਹੈ, ਜਾਂ ਗੁਰੂਆਂ ਦੇ ਜੋ ਸੰਦੇਸ਼ ਨੇ, ਜਾਂ ਉਹਨਾਂ ਦੀਆਂ ਸਿੱਖਿਆਵਾਂ ਨੇ, ਜਾਂ ਗੁਰੂ ਨੇ ਇਸ ਜ਼ਿੰਦਗੀ ਬਾਰੇ ਜਾਂ ਅਲੱਗ-ਅਲੱਗ ਚੀਜ਼ਾਂ ਦੇ ਬਾਰੇ ਸਾਨੂੰ ਕੀ ਸਮਝਾਇਆ ਹੈ,
ਉਸ ਚੀਜ਼ ਨੂੰ ਸਮਝਣ ਵਾਸਤੇ ਸਾਨੂੰ ਨਿਤਨੇਮ ਕਰਨਾ ਜ਼ਰੂਰੀ ਹੈ। ਉਸ ਤੋਂ ਅਗਲਾ ਪੁਆਇੰਟ ਹੈ ਵੀ ਰੱਬ ਦੇ ਨਾਲ ਅਸੀਂ ਆਪਣਾ ਜਿਹੜਾ ਰਿਲੇਸ਼ਨਸ਼ਿਪ ਹੈ ਉਹਨੂੰ ਕਿੱਦਾਂ ਡਿਵੈਲਪ ਕਰਨਾ ਹੈ। ਆਮ ਤੌਰ ਤੇ ਹਰੇਕ ਮਨੁੱਖ ਜਦੋਂ ਆਪਾਂ ਇੱਥੇ ਬੈਠੇ ਆ, ਜ਼ਿਆਦਾਤਰ 99.9% ਬੰਦਿਆਂ ਨੂੰ ਰੱਬ ਭੁੱਲਿਆ ਹੁੰਦਾ ਹੈ, ਪਰ ਆਪਾਂ ਕੀ ਕਰਨਾ ਹੈ, ਰੱਬ ਨੂੰ ਆਪਣੀ ਯਾਦ ਦੇ ਵਿੱਚ ਵਸਾਉਣਾ ਹੈ। ਹਰ ਵਕਤ ਸਾਨੂੰ ਯਾਦ ਰਹੇ। ਅੱਠੇ ਪੈਰ ਇਹ ਅਵਸਥਾ ਹੁੰਦੀ, ਗੁਰਬਾਣੀ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ। ਕੋਈ ਮਤਲਬ ਇਹ ਨਹੀਂ ਹੈ ਵੀ ਸਿਰਫ ਕਹਿਣ ਵਾਲੀ ਗੱਲਾਂ ਨੇ। ਸੋ ਅਗਲਾ ਪੁਆਇੰਟ ਹੈ, ਜਿੱਦਾਂ ਅਸੀਂ ਸਿੱਖ ਹਾਂ, ਸਿੱਖੀ ਦੇ ਨਾਲ ਅਸੀਂ ਜੁੜੇ ਹੋਏ ਹਾਂ, ਸਾਡੀ ਜਿਹੜੀ ਸਿੱਖੀ ਦੇ ਪ੍ਰਤੀ ਦ੍ਰਿੜਤਾ ਹੈ ਜਾਂ ਡੈਡੀਕੇਸ਼ਨ ਹੈ, ਕਮਿਟਮੈਂਟ ਹੈ, ਉਹਨੂੰ ਹਰ ਰੋਜ਼ ਨਵਿਆਉਣ ਵਾਸਤੇ, ਉਸ ਨੂੰ ਨਵਾਂ ਕਰਨ ਵਾਸਤੇ ਸਾਨੂੰ ਹਰ ਰੋਜ਼ ਨਿਤਨੇਮ ਕਰਨਾ ਜ਼ਰੂਰੀ ਹੈ। ਕਿਉਂਕਿ ਜਿੱਦਾਂ ਕੋਈ ਵੀ ਚੀਜ਼ ਹੈ, ਇੱਕ ਰੈਗੂਲਰ ਉਸ ਚੀਜ਼ ਨੂੰ ਕਰਨਾ ਜ਼ਰੂਰੀ ਹੁੰਦਾ। ਆਪਾਂ ਹਰ ਰੋਜ਼ ਰੋਟੀ ਖਾਂਦੇ ਆ, ਪਾਣੀ ਪੀਂਦੇ ਆ, ਉਹ ਆਪਣੇ ਸਰੀਰ ਦੀ ਜ਼ਰੂਰਤ ਹੈ। ਤੇ ਜੇ ਆਪਾਂ ਰੋਟੀ ਨਹੀਂ ਖਾਵਾਂਗੇ, ਅਸੀਂ ਕੁਝ ਦਿਨਾਂ ਬਾਅਦ ਸਾਡੀ ਡੈਥ ਹੋ ਜਾਏਗੀ। ਠੀਕ ਹੈ। ਇਸੇ ਤਰ੍ਹਾਂ ਜੇ ਅਸੀਂ ਰੱਬ ਦਾ ਨਾਮ ਨਹੀਂ ਲੈਂਦੇ, ਗੁਰਬਾਣੀ ਨਹੀਂ ਪੜ੍ਹਦੇ, ਕੀ ਹੁੰਦਾ ਹੈ, ਸਾਡੀ ਆਤਮਾ ਦੀ ਖੁਰਾਕ ਹੈ, ਜਿਹੜੀ ਸਾਡੇ ਮਨ ਦੀ ਖੁਰਾਕ ਹੈ, ਉਹ ਸਾਨੂੰ ਨਹੀਂ ਮਿਲਦੀ। ਇੱਕ ਬੰਦਾ ਸਰੀਰਕ ਤੌਰ ਤੇ ਬੜਾ ਬਲਵਾਨ ਹੋ ਸਕਦਾ ਹੈ, ਪਰ ਜਿੰਨਾ ਤੱਕ ਉਹ ਰੱਬ ਦੇ ਨਾਲ, ਧਰਮ ਦੇ ਨਾਲ ਨਹੀਂ ਜੁੜਿਆ, ਉਹ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਬਹੁਤ ਹੀ ਵੀਕ ਹੋਏਗਾ। ਠੀਕ ਹੈ। ਇੱਕ ਮਨੁੱਖ ਦੀ ਐਗਜ਼ਿਸਟੈਂਸ ਦੇ ਤਿੰਨ ਚੀਜ਼ਾਂ ਹੁੰਦੀਆਂ ਨੇ। ਨੰਬਰ 1 ਬਾਡੀ, ਨੰਬਰ 2 ਮਾਈਂਡ ਤੇ ਨੰਬਰ 3 ਸੋਲ। ਸੋ ਅਗਲਾ ਪੁਆਇੰਟ ਹੈ, ਗੁਰੂ ਸਾਹਿਬ ਨੇ ਸਿੱਖਾਂ ਨੂੰ ਨਿਤਨੇਮ ਕਰਨ ਦਾ ਆਰਡਰ ਦਿੱਤਾ ਸੀ ਵੀ ਹਰੇਕ ਸਿੱਖ ਨੇ ਜ਼ਰੂਰ ਨਿਤਨੇਮ ਕਰਨਾ ਹੈ। ਔਰ ਇਸ ਚੀਜ਼ ਨੂੰ ਪੱਕਾ ਕਰਨ ਵਾਸਤੇ ਗੁਰੂ ਸਾਹਿਬ ਨੇ ਜੋ ਵੀ ਗੱਲਾਂ ਕਹੀਆਂ ਸੀ, ਉਹ ਇਹ ਨਹੀਂ ਵੀ ਸਿੱਖਾਂ ਨੂੰ ਕਹਿਤਾ ਵੀ ਤੁਸੀਂ ਕਰ ਲਓ, ਆਪ ਨੇ ਕੀਤਾ, ਨਹੀਂ। ਗੁਰੂ ਸਾਹਿਬ ਨੇ ਹਰੇਕ ਚੀਜ਼ ਖੁਦ ਕੀਤੀ ਔਰ ਪ੍ਰੈਕਟੀਕਲ ਐਗਜ਼ਾਮਪਲ ਸੈੱਟ ਕੀਤਾ। ਗੁਰੂ ਸਾਹਿਬ ਹਰ ਰੋਜ਼ ਸਾਰੇ 10 ਗੁਰੂ ਸਾਹਿਬਾਨ ਅੰਮ੍ਰਿਤ ਵੇਲੇ, ਸੰਧਿਆ ਵੇਲੇ ਅਤੇ ਰਾਤ ਵੇਲੇ ਨਿਤਨੇਮ ਉਹ ਕਰਦੇ ਸਨ। ਉਹ ਤੇ ਉਸ ਤੋਂ ਵੀ ਅਗਾਂਹ ਦੀਆਂ ਗੱਲਾਂ ਸੁਣਾਉਂਦੀਆਂ ਤੇ ਉਸ ਵਕਤ ਗੁਰੂ ਸਾਹਿਬ ਨੇ ਇੰਨੇ ਕ੍ਰਿਟੀਕਲ ਸਮੇਂ ਦੇ ਵਿੱਚ ਵੀ ਨਿਤਨੇਮ ਨਹੀਂ ਛੱਡਿਆ। ਔਰ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਸਾਡਾ ਮਾਰਗਦਰਸ਼ਨ ਇਤਿਹਾਸ ਦੇ ਵਿੱਚ ਕਰਦੀਆਂ ਨੇ ਵੀ ਸਿੱਖਾਂ ਨੂੰ ਕਿਸੇ ਵੀ ਸਮੇਂ ਦੇ ਵਿੱਚ ਆਪਣਾ ਨਿਤਨੇਮ ਨਹੀਂ ਛੱਡਣਾ ਚਾਹੀਦਾ। ਗੁਰੂ ਸਾਹਿਬ ਨੇ ਉਸ ਵਕਤ ਵੀ, ਜਦੋਂ ਫੌਜ ਪਿੱਛੇ ਲੱਗੀ ਸੀ, ਅੱਗੇ ਸਰਸਾ ਨਦੀ ਭਰੀ ਹੋਈ ਸੀ, ਉੱਪਰੋਂ ਤੂਫਾਨ ਚੱਲ ਰਿਹਾ ਸੀ, ਉਸ ਵਕਤ ਵੀ ਗੁਰੂ ਸਾਹਿਬ ਨੇ ਕਿਹਾ ਦੀਵਾਨ ਸਜਾਓ, ਆਸਾ ਦੀ ਵਾਰ ਦਾ ਵੇਲਾ ਹੈ। ਉਸ ਵਕਤ ਆਸਾ ਦੀ ਵਾਰ ਦਾ ਕੀਰਤਨ ਅਤੇ ਨਿਤਨੇਮ ਉੱਥੇ ਕੀਤਾ ਗਿਆ। ਤੇ ਉਸ ਤੋਂ ਅਗਲਾ ਪੁਆਇੰਟ ਹੈ, ਆਪਾਂ ਜ਼ਿੰਦਗੀ ਦੇ ਵਿੱਚ ਨਿਤਨੇਮ ਆਪਾਂ ਕਿਉਂ ਕਰਦੇ ਹਾਂ? ਕਿਉਂਕਿ ਆਪਾਂ ਜ਼ਿੰਦਗੀ ਦੇ ਵਿੱਚ ਜੋ ਵੀ ਕਰਦੇ ਹਾਂ, ਚੰਗਾ ਕੰਮ ਕਰਦੇ ਹਾਂ ਜਾਂ ਮਾੜਾ ਕੰਮ ਕਰਦੇ ਹਾਂ, ਉਹ ਸਾਡੀ ਪਰਸਨੈਲਿਟੀ ਦਾ ਇੱਕ ਹਿੱਸਾ ਬਣ ਜਾਂਦਾ ਹੈ। ਗੁਰਬਾਣੀ ਦੇ ਮੁਤਾਬਕ ਇੱਕ ਕਨਸੈਪਟ ਹੈ, ਕਨਸੈਪਟ ਆਫ ਕਰਮਾ, ਕਰਮ ਦਾ ਸਿਧਾਂਤ। ਉਸ ਦਾ ਮਤਲਬ ਹੈ ਜੋ ਅਸੀਂ ਕਰਦੇ ਹਾਂ ਉਸ ਦਾ ਰਿਜ਼ਲਟ ਸਾਨੂੰ ਪੱਕਾ 100% ਮਿਲੇਗਾ ਹੀ ਮਿਲੇਗਾ। ਅਸੀਂ ਆਪਣੇ ਕਰਮ ਤੋਂ ਨਹੀਂ ਬਚ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਐਗਜ਼ਾਮਪਲ ਦਿੱਤੇ ਨੇ ਵੀ ਜਿਨ੍ਹਾਂ ਲੋਕਾਂ ਨੇ ਕੋਈ ਗਲਤ ਕੰਮ ਕੀਤੇ ਸੀ, ਉਹਨਾਂ ਦੇ ਨਾਲ ਕੀ ਹੋਇਆ, ਕਿਉਂਕਿ ਜੋ ਬਾਣੀ ਦੇ ਵਿੱਚ ਲਿਖਿਆ ਉਹ ਅਟੱਲ ਸਚਾਈ ਹੈ। ਸੋ ਇਸ ਕਰਕੇ ਜਦੋਂ ਆਪਾਂ ਨਿਤਨੇਮ ਕਰਦੇ ਹਾਂ, ਸਾਡੇ ਚੰਗੇ ਕਰਮ ਬਣਦੇ ਨੇ, ਸਾਨੂੰ ਉਸ ਦਾ ਚੰਗਾ ਫਲ ਮਿਲੇਗਾ ਹੀ ਮਿਲੇਗਾ, ਚਾਹੇ ਸਾਨੂੰ ਅੱਜ ਮਿਲ ਜੇ, ਚਾਹੇ ਕੱਲ ਮਿਲ ਜੇ, ਚਾਹੇ ਅਗਲੇ ਜਨਮ, ਜਦੋਂ ਮਰਜੀ। ਇਹ ਰੱਬ ਦੇ ਹੁਕਮ ਦੇ ਵਿੱਚ ਹੈ ਵੀ ਕਦੋਂ ਮਿਲਣਾ। ਉਸ ਤੋਂ ਬਾਅਦ ਹੈ, ਜਦੋਂ ਅਸੀਂ ਨਿਤਨੇਮ ਕਰਦੇ ਹਾਂ ਤਾਂ ਸਾਡਾ ਐਜ਼ ਏ ਹੋਲ ਸਿੱਖ ਕੌਮ ਦੇ ਨਜ਼ਰੀਏ ਤੋਂ ਸਾਡੀ ਕੌਮ ਸਟਰੋਂਗ ਹੁੰਦੀ ਹੈ। ਕਿਉਂਕਿ ਕਿਸੇ ਵੀ ਫੌਜ ਦਾ ਜਿਹੜੀ ਤਾਕਤ ਉਸਦੇ ਕੱਲੇ ਸਿਪਾਹੀ ਤੋਂ ਮੰਨੀ ਜਾਂਦੀ ਹੈ। ਜਿਹੜੀ ਸਾਡੀ ਸਿੱਖ ਕੌਮ ਦੀ ਫੌਜ ਹੈ, ਉਹ ਤੁਸੀਂ ਹੋ, ਸਾਰੇ ਆਪਾਂ ਸਾਰੇ ਆ। ਜੇ ਅਸੀਂ ਬਾਣੀ ਪੜਾਂਗੇ, ਨਿਤਨੇਮ ਕਰਾਂਗੇ, ਅਸੀਂ ਅੰਦਰੂਨੀ ਤੌਰ ਤੇ ਤਾਕਤਵਰ ਹੋਵਾਂਗੇ। ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਤੁਸੀਂ ਜੋ ਦੇਖੋਗੇ, ਉੱਥੇ ਇਹ ਨਹੀਂ ਹੈ ਵੀ ਬੜੇ ਲੰਮੇ ਜਾਂ ਜਵਾਨ ਸਿੱਖ ਹੀ ਸਨ। ਉੱਥੇ ਭਾਈ ਬਚਿੱਤਰ ਸਿੰਘ ਵਰਗੇ, ਜਿਨ੍ਹਾਂ ਦਾ ਕੱਦ ਵੀ ਬਹੁਤ ਛੋਟਾ ਸੀ, ਉਹ ਵੀ ਹਾਥੀ ਦੇ ਨਾਲ ਮਤਲਬ ਲੜਾਈ ਕਰਦੇ ਨੇ ਔਰ ਹਾਥੀ ਨੂੰ ਹਰਾ ਦਿੰਦੇ ਨੇ। ਸੋ ਕਹਿਣ ਦਾ ਮਤਲਬ ਹੈ ਵੀ ਇਸ ਚੀਜ਼ ਦੇ ਨਾਲ ਸਾਡੀ ਜਿਹੜੀ ਕੌਮ ਹੈ ਸਟਰੋਂਗ ਹੁੰਦੀ ਹੈ ਜਦੋਂ ਅਸੀਂ ਨਿਤਨੇਮ ਕਰਦੇ ਹਾਂ। ਉਸ ਤੋਂ ਬਾਅਦ ਜਦੋਂ ਆਪਣੀ ਇੱਕ ਸੈਰੇਮਨੀ ਹੈ ਅੰਮ੍ਰਿਤ ਸੰਸਕਾਰ, ਜਦੋਂ ਕੋਈ ਵੀ ਸਿੱਖ ਅੰਮ੍ਰਿਤ ਛਕਦਾ ਹੈ, ਗੁਰੂ ਵਾਲਾ ਬਣਦਾ ਹੈ, ਗੁਰੂ ਨੂੰ ਧਾਰਨ ਕਰਦਾ ਹੈ, ਉਸ ਵਕਤ ਦੀ ਰਿਕੁਆਇਰਮੈਂਟ ਹੈ ਕਿ ਜਿਹੜੇ 5 ਪਿਆਰੇ ਨੇ, ਉਹਨਾਂ ਨੂੰ 5 ਬਾਣੀਆਂ ਦਾ ਜਿਹੜਾ ਪਾਠ ਹੈ ਉਹ ਮੂੰਹ ਜ਼ਬਾਨੀ ਯਾਦ ਹੋਏ। ਸੋ ਜੇ ਅਸੀਂ ਪਾਠ ਹੀ ਨਹੀਂ ਕਰਾਂਗੇ ਤੇ ਸਾਨੂੰ 5 ਬਾਣੀਆਂ ਯਾਦ ਕਿੱਦਾਂ ਹੋਣਗੀਆਂ? ਸੋ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਜੇ ਇਦਾਂ ਹੀ ਚੱਲਦਾ ਰਿਹਾ, ਪਰ ਇਦਾਂ ਹੋ ਨਹੀਂ ਸਕਦਾ। ਜੇ ਆਪਾਂ ਮੰਨ ਵੀ ਲਈਏ ਵੀ ਜੇ ਇਦਾਂ ਹੀ ਸਾਰੇ ਲੋਕ ਨਿਤਨੇਮ ਨਹੀਂ ਕਰਨਗੇ ਤਾਂ ਉਹਨਾਂ ਨੂੰ 5 ਬਾਣੀਆਂ ਯਾਦ ਕਿੱਦਾਂ ਹੋਣਗੀਆਂ? ਜੇ 5 ਬਾਣੀਆਂ ਯਾਦ ਨਹੀਂ ਹੋਣਗੀਆਂ ਤਾਂ ਨਿਤਨੇਮ ਦੀ ਜਿਹੜੀ ਅੰਮ੍ਰਿਤ ਸੰਸਕਾਰ ਦੀ ਜਿਹੜੀ ਰਸਮ ਹੈ ਉਹ ਕਿੱਦਾਂ ਹੋਏਗਾ? ਸੋ ਇਸ ਕਰਕੇ ਹਰੇਕ ਸਿੱਖ ਨੇ ਪੂਰੀਆਂ 7 ਬਾਣੀਆਂ ਦਾ ਨਿਤਨੇਮ ਕਰਨਾ ਜ਼ਰੂਰੀ ਹੈ। ਉਸ ਤੋਂ ਬਾਅਦ ਅਗਲਾ ਹੈ ਗੁਰਬਾਣੀ ਦਾ ਜਿਹੜਾ ਸ਼ੁੱਧ ਉਚਾਰਨ ਹੈ, ਰਾਈਟ accurate pronunciation of ਗੁਰਬਾਣੀ, we need to learn that, ਕਿਉਂਕਿ ਇਹ ਵੀ ਬਹੁਤ ਇੰਪੋਰਟੈਂਟ ਹੈ, ਬਹੁਤ ਮਹੱਤਵਪੂਰਨ ਹੈ। ਇਸ ਕਰਕੇ ਸੰਥਿਆ ਜ਼ਰੂਰੀ ਹੈ। ਦੇਖੋ, ਚਾਹੇ ਜਿੰਨਾ ਮਰਜ਼ੀ ਪੜ੍ਹਿਆ ਪੰਜਾਬੀ ਬੰਦਾ ਹੋਏ, ਜੇ ਉਹ ਗੁਰਬਾਣੀ ਦੀ ਪਾਠ ਕਰੇਗਾ ਨਾ, ਉਹਦੇ ਕੋਲ ਬਹੁਤ ਗਲਤੀਆਂ ਹੋਣਗੀਆਂ, ਕਿਉਂਕਿ ਗੁਰਬਾਣੀ ਜਿਹੜੀ ਭਾਸ਼ਾ ਹੈਗੀ ਹੈ 500
ਸਾਲ ਤੋਂ ਵੀ ਪੁਰਾਣੀ ਭਾਸ਼ਾ ਹੈ। ਉਹਦੇ ਵਿੱਚ ਕੁਝ ਜਿਹੜੀਆਂ ਗ੍ਰਾਮਰ ਨਾਲ ਸੰਬੰਧਿਤ ਅਤੇ ਕੁਝ ਹੋਰ ਚੀਜ਼ਾਂ ਪੁਆਇੰਟਸ ਹੈਗੇ ਨੇ ਜਿਹੜੇ ਸੰਥਿਆ ਤੋਂ ਬਿਨਾ ਸਮਝ ਨਹੀਂ ਆਉਂਦੇ। ਠੀਕ ਹੈ, ਸੋ ਕੋਸ਼ਿਸ਼ ਕਰਨੀ ਚਾਹੀਦੀ ਵੀ ਸੰਥਿਆ ਵੀ ਸਾਨੂੰ ਲੈਣੀ ਚਾਹੀਦੀ। ਉਸ ਤੋਂ ਬਾਅਦ ਹੈ ਜਿਹੜਾ ਇੱਕ ਸਿੱਖ ਹੈ ਉਹ ਆਪਣੇ ਗੁਰੂ ਦੇ ਨਾਲ ਤੇ ਰੱਬ ਦੇ ਨਾਲ ਗੱਲ ਕਰ ਸਕਦਾ ਹੈ। ਕਿੱਦਾਂ? ਬਾਣੀ ਦੇ ਰਾਹੀਂ। 10ਵੇਂ ਪਾਤਸ਼ਾਹ ਨੇ ਕਿਹਾ ਗੁਰਗੱਦੀ ਦੇਣ ਤੋਂ ਬਾਅਦ ਵੀ ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੋ ਤਾਂ ਤੁਸੀਂ ਗੁਰਬਾਣੀ ਪੜ੍ਹ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ। ਮਤਲਬ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਇੱਕ ਕਿਸਮ ਦਾ ਅਸੀਂ ਸਿੱਧਾ ਗੁਰੂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਔਰ ਰੱਬ ਨੂੰ ਯਾਦ ਰੱਖਣ ਵਾਸਤੇ ਵੀ ਸਾਨੂੰ ਬਾਣੀ ਪੜ੍ਹਨੀ ਜ਼ਰੂਰੀ ਹੈ। ਉਸ ਤੋਂ ਬਾਅਦ ਸਿੱਖ ਕੋਡ ਆਫ ਕੰਡਕਟ, ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹਰੇਕ ਅੰਮ੍ਰਿਤਧਾਰੀ ਸਿੱਖ ਨੂੰ ਨਿਤਨੇਮ ਬਾਣੀਆਂ ਦਾ ਜਾਪ ਕਰਨਾ ਮਸਟ ਹੈ, ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਨਿਤਨੇਮ ਕਰਨ ਦੇ ਜਿਹੜੇ ਪੱਖ ਨੇ, ਇੱਕ ਹੈ ਸਰੀਰਕ ਪੱਖ ਤੇ ਇੱਕ ਹੈ ਮਾਨਸਿਕ। ਸਰੀਰਕ ਤੌਰ ਤੇ ਮਨ ਦੇ ਤੌਰ ਤੇ। ਸਰੀਰਕ ਤੌਰ ਤੇ ਹਰੇਕ ਜਿਹੜਾ ਮਨੁੱਖ ਹੈ ਉਹਨੂੰ ਸਰੀਰਕ ਤੌਰ ਤੇ ਫਿੱਟ ਹੋਣਾ ਚਾਹੀਦਾ ਹੈ, ਤੰਦਰੁਸਤ ਹੋਣਾ ਚਾਹੀਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਦੂਜੇ ਪਾਤਸ਼ਾਹ ਨੇ ਮੱਲ ਅਖਾੜੇ ਸ਼ੁਰੂ ਕੀਤੇ, ਰੈਸਲਿੰਗ ਸੈਂਟਰ ਬਣਾਏ ਔਰ ਸਿੱਖੀ ਦਾ ਜਿਹੜਾ ਇੱਕ ਹੋਲ ਡਿਵੈਲਪਮੈਂਟ ਆਫ ਸਿੱਖੀ ਕਰਨ ਵਾਸਤੇ। ਔਰ ਬਾਅਦ ਦੇ ਵਿੱਚ ਜੰਗ ਯੁੱਧ ਵੀ ਹੋਣੇ ਸੀ, ਉਸ ਵਾਸਤੇ ਵੀ ਤਿਆਰੀ ਸੀ। ਔਰ ਅਧਿਆਤਮਿਕ ਤੌਰ ਤੇ ਵੀ ਜਿਹੜਾ ਮਨੁੱਖ ਸਰੀਰਕ ਤੌਰ ਤੇ ਸਹੀ ਨਹੀਂ ਹੁੰਦਾ, ਮੰਨ ਲਓ ਬਿਮਾਰ ਹੈ, ਤਾਂ ਉਹ ਸਹੀ ਤਰੀਕੇ ਨਾਲ ਨਿਤਨੇਮ ਜਾਂ ਸਿਮਰਨ ਵੀ ਨਹੀਂ ਕਰ ਪਾਉਂਦਾ। ਇਸ ਕਰਕੇ ਆਪਾਂ ਨੂੰ ਆਪਣੀ ਸਰੀਰਕ ਤੌਰ ਤੇ ਫਿੱਟ ਹੋਣਾ ਚਾਹੀਦਾ। ਨਿਤਨੇਮ ਦਾ ਪਾਠ ਕਰਦੇ ਆ ਉਦੋਂ ਇਹ ਨਹੀਂ ਵੀ ਆਪਾਂ ਇਦਾਂ ਕਰਕੇ ਬੈਠੇ ਆ, ਉਦੋਂ ਬਿਲਕੁਲ ਐਨ ਅਲਰਟ ਹੋ ਕੇ ਸਿੱਧਾ ਸਟ੍ਰੇਟ ਪੋਸਚਰ ਹੋਣਾ ਚਾਹੀਦਾ ਆਪਣਾ, ਜਿੱਦਾਂ ਉਹ ਉੱਥੇ ਬਣਿਆ ਫੋਟੋ ਦੇ ਵਿੱਚ। ਔਰ ਉਸ ਤੋਂ ਬਾਅਦ ਹੈ ਮਨ ਦੇ ਤੌਰ ਤੇ, ਜਦੋਂ ਅਸੀਂ ਨਿਤਨੇਮ ਕਰਨਾ ਹੈ ਸਾਡੇ ਵਿੱਚ ਪੋਜ਼ਿਟਿਵ ਐਟੀਟਿਊਡ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਮੈਨੂੰ ਮੇਰੇ ਮੰਮੀ ਡੈਡੀ ਨੇ ਕਿਹਾ ਮੈਂ ਇਸ ਕਰਕੇ ਕਰ ਰਿਹਾ ਵਾਂ, ਜਾਂ ਗੁਰੂ ਸਾਹਿਬ ਨੇ ਕਿਹਾ ਸੀ ਮੈਂ ਮਜਬੂਰੀ 'ਚ ਕਰ ਰਿਹਾ। ਨਹੀਂ, ਇੱਕ ਸ਼ੌਂਕ ਦੇ ਨਾਲ, ਚਾਹ ਦੇ ਨਾਲ, ਇੰਟਰਸਟ ਦੇ ਨਾਲ ਨਿਤਨੇਮ ਕਰੋਗੇ ਤਾਂ ਉਹਦਾ ਤੁਹਾਨੂੰ ਜਿਹੜਾ ਫਲ ਮਿਲੇਗਾ ਉਹ ਉਸ ਤਰੀਕੇ ਨਾਲ ਹੀ ਮਿਲੇਗਾ। ਉਹ ਚਾਹੇ ਕੋਈ ਵੀ ਕੰਮ ਹੈ, ਚਾਹੇ ਕੋਈ ਗੇਮ ਹੈ ਜਾਂ ਕੋਈ ਪੜ੍ਹਾਈ ਹੈ, ਜਦੋਂ ਤੁਸੀਂ ਉਹਨੂੰ ਪੋਜ਼ਿਟਿਵ ਐਟੀਟਿਊਡ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਉਸ ਦਾ ਰਿਜ਼ਲਟ ਉਵੇਂ ਦੇ ਮਿਲਦੇ ਹੀ ਮਿਲਦੇ। ਉਸ ਤੋਂ ਬਾਅਦ ਹੈ ਜਦੋਂ ਨਿਤਨੇਮ ਕਰਨਾ ਹੈ ਸਾਡਾ ਮਾਈਂਡ ਫੋਕਸ ਹੋਣਾ ਚਾਹੀਦਾ ਹੈ। ਐ ਨਹੀਂ ਵੀ ਆਪਾਂ ਨਿਤਨੇਮ ਕਰ ਰਹੇ ਹਾਂ, ਧਿਆਨ ਟੀਵੀ ਵਿੱਚ ਜਾਂ ਧਿਆਨ ਹੋਰ ਗੱਲਾਂ, ਦੂਜਾ ਬੰਦਾ ਕੋਈ ਗੱਲ ਕਰ ਰਿਹਾ ਉਹਦੀਆਂ ਗੱਲਾਂ ਵਿੱਚ ਨਹੀਂ। ਕਿਉਂਕਿ ਜਿਹੜੀ ਬਾਣੀ ਹੈ ਜਾਂ ਸਿਮਰਨ ਹੈ ਉਸ ਦਾ ਮੇਨ ਮਕਸਦ ਆਪਣਾ ਜਿਹੜਾ ਖਿੰਡਿਆ ਹੋਇਆ ਮਨ ਹੈ ਉਸ ਨੂੰ ਇਕੱਠਾ ਕਰਨਾ ਹੈ, ਉਸ ਨੂੰ ਵਾਪਸ ਲੈ ਕੇ ਆਉਣਾ ਹੈ। ਕਿਉਂਕਿ ਆਪਣਾ ਮਾਈਂਡ ਕਦੀ ਇੱਧਰ ਜਾਂਦਾ ਹੈ, ਕਦੀ ਇੱਧਰ ਭੱਜਾ ਹੀ ਫਿਰਦਾ ਹੈ। ਸੋ ਉਸ ਨੂੰ ਫੋਕਸ ਕਰਨਾ ਗੁਰਬਾਣੀ ਦਾ ਮਕਸਦ ਹੈ। ਸੋ ਇਸ ਕਰਕੇ ਜੇ ਆਪਣਾ ਮਨ ਇੱਧਰ ਉੱਧਰ ਜਾਂਦਾ ਤਾਂ ਉਹਨੂੰ ਵਾਪਸ ਲਿਆਉਣਾ ਹੈ, ਉੱਥੋਂ ਰੋਕਣਾ ਹੈ। ਉਸ ਤੋਂ ਬਾਅਦ ਹੈ ਸਮਝ। ਜਦੋਂ ਆਪਾਂ ਪਾਠ ਕਰਨਾ ਹੈ ਉਦੋਂ ਆਪਾਂ ਨੂੰ ਕੋਸ਼ਿਸ਼ ਕਰਨੀ ਹੈ ਵੀ ਗੁਰਬਾਣੀ ਨੂੰ ਸਮਝ ਕੇ ਕਰਨ ਦੀ ਕੋਸ਼ਿਸ਼ ਕਰਨੀ ਹੈ। ਪਰ ਜਦੋਂ ਪਹਿਲੀ ਸਟੇਜ ਤੇ ਜਦੋਂ ਬੱਚੇ ਸਿੱਖਦੇ ਨੇ, ਜ਼ਰੂਰੀ ਨਹੀਂ ਉਹਨਾਂ ਨੂੰ ਅਜੇ ਮੀਨਿੰਗ ਦਾ ਪਤਾ ਹੋਵੇ, ਪਰ ਤੁਸੀਂ ਪਾਠ ਕਰੀ ਜਾਣਾ ਹੈ, ਕਰੀ ਜਾਣਾ ਹੈ। ਉਸ ਤੋਂ ਬਾਅਦ ਅਗਲੀ ਸਟੇਜ ਜੋ ਹੈ ਸਿੱਖਣ ਦੀ, ਮੀਨਿੰਗ ਸਿੱਖਣ ਦੀ, ਉਹ ਵੀ ਆਏਗੀ, ਉਹ ਵੀ ਤੁਸੀਂ ਕਰਨੀ ਹੈ। ਹਾਊ ਸ਼ੁੱਡ ਆਈ ਕੈਰੀ ਆਊਟ ਨਿਤਨੇਮ। ਨਿਤਨੇਮ ਕਰਨ ਦੀਆਂ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ, ਨੰਬਰ 1, ਜਦੋਂ ਅਸੀਂ ਨਿਤਨੇਮ ਕਰਨਾ ਹੈ ਸਾਨੂੰ ਇੱਕ ਵਧੀਆ ਜਗ੍ਹਾ ਲੱਭ ਕੇ ਉੱਥੇ ਬਹਿਣਾ, ਘਰ ਦੇ ਵਿੱਚ, ਜਿੱਥੇ ਮੰਨ ਲਓ ਇੱਕ ਸਾਫ਼ ਸੁਥਰੀ ਜਗ੍ਹਾ, ਘਰ ਦੇ ਵਿੱਚ ਇੱਕ ਸ਼ਾਂਤਮਈ ਤੇ ਸਾਫ਼ ਸੁਥਰੀ ਜਗ੍ਹਾ ਜਿੱਥੇ ਹੋਵੇ, ਜਿੱਥੇ ਤੁਸੀਂ ਆਰਾਮ ਨਾਲ ਬਹਿ ਕੇ ਨਿਤਨੇਮ ਕਰੋ, ਉਹ ਚੂਜ਼ ਕਰੋ, ਉੱਥੇ ਬੈਠ ਕੇ। ਉਸ ਤੋਂ ਬਾਅਦ ਜਦੋਂ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਨਾ ਹੈ, ਇਸ਼ਨਾਨ ਕਰਕੇ, ਤੇ ਉਸ ਤੋਂ ਬਾਅਦ ਜੇ ਮੰਨ ਲਓ ਤੁਸੀਂ ਕਿਸੇ ਚੀਜ਼ ਨੂੰ ਟੱਚ ਕੀਤਾ, ਹੱਥ ਧੋ ਕੇ ਗੁਟਕਾ ਸਾਹਿਬ ਨੂੰ ਸਤਿਕਾਰਪੂਰਵਕ ਹੱਥ 'ਚ ਮਤਲਬ ਚੁੱਕਣਾ। ਜੇ ਤੁਹਾਡੇ ਕੋਲ ਲੱਕੜ ਦੀ ਹੁੰਦੀ ਨਾ, ਇੱਕ ਗੁਟਕਾ ਸਾਹਿਬ ਰੱਖਿਆ ਜਾਂਦਾ, ਲੱਕੜ ਦੀ ਰੇਲ ਕਹਿੰਦੇ ਨੇ ਜਾਂ ਉਹਨੂੰ ਚੌਂਕੀ ਕਹਿੰਦੇ ਨੇ, ਉਸ ਦੇ ਉੱਪਰ ਰਮਾਲਾ ਸਾਹਿਬ ਜਾਂ ਕੋਈ ਕੱਪੜਾ ਰੱਖ ਕੇ ਫਿਰ ਉੱਤੇ ਗੁਟਕਾ ਸਾਹਿਬ ਰੱਖ। ਕਿਉਂਕਿ ਮੈਂ ਇਹ ਨਹੀਂ ਕਹਾਂਗਾ ਵੀ ਤੁਸੀਂ ਮੋਬਾਈਲਾਂ ਤੋਂ ਪਾਠ ਕਰੋ, ਜਿਹੜੀ ਆਪਣੀ ਟ੍ਰੈਡੀਸ਼ਨਲ ਜਾਂ ਮੇਨ ਗੁਟਕਾ ਹੈ ਉਸ ਤੋਂ ਹੀ ਕਰਨਾ ਚਾਹੀਦਾ। ਤੇ ਪਰ ਕਈ ਸਥਿਤੀਆਂ ਦੇ ਵਿੱਚ ਜਦੋਂ ਮੰਨ ਲਓ ਤੁਸੀਂ ਬਾਹਰ ਹੋ ਜਿੱਥੇ ਗੁਟਕਾ ਨਹੀਂ, ਉੱਥੇ ਉਸ ਹਾਲਾਤਾਂ ਚਲੋ ਠੀਕ ਹੈ, ਪਰ ਸ਼ੁਰੂਆਤ ਤੁਹਾਨੂੰ ਉੱਥੋਂ ਕਰਨੀ ਚਾਹੀਦੀ ਗੁਟਕਾ ਸਾਹਿਬ ਤੋਂ, ਨਾ ਕਿੱਦਾਂ ਹੀ ਮੋਬਾਈਲ ਤੋਂ। ਸੋ ਉਸ ਤੋਂ ਬਾਅਦ ਜਦੋਂ ਤੁਸੀਂ ਨਿਤਨੇਮ ਕਰ ਰਹੇ ਹੋ, ਤੁਸੀਂ ਇਹ ਨਹੀਂ ਵੀ ਆਪਣਾ ਗੁਰਕ ਰਹੇ ਹੋ ਸਰੀਰ ਨੂੰ, ਮਤਲਬ ਆਪਣੀ ਬੋਡੀ ਨੂੰ ਟੱਚ ਕਰ ਰਹੇ ਹੋ, ਪੈਰਾਂ ਨੂੰ ਹੱਥ ਲਾ ਰਹੇ ਹੋ, ਗੋਡਿਆਂ ਨੂੰ ਹੱਥ ਲਾ ਰਹੇ ਹੋ, ਇੱਧਰ ਉੱਧਰ ਨਹੀਂ, ਥੱਲੇ ਹੱਥ ਲਾ ਰਹੇ ਨਹੀਂ। ਕਿਉਂਕਿ ਗੁਰਬਾਣੀ ਬਹੁਤ ਹੀ ਰਿਸਪੈਕਟਫੁਲ ਹੈ ਸਾਡੇ ਵਾਸਤੇ। ਜਦੋਂ ਆਪਾਂ ਪਾਠ ਕਰਨਾ ਹੈ, ਇੱਕ ਗੱਲ ਦੇ ਵਿੱਚ ਹਜ਼ੂਰੀਆ ਰੱਖੋ। ਜਿਹੜੀ ਸਾਡੀਆਂ ਪੁਰਾਣੀਆਂ ਚੀਜ਼ਾਂ ਨੇ ਅਸੀਂ ਕਿਉਂ ਛੱਡ ਰਹੇ ਹਾਂ, ਸਾਨੂੰ ਕੀ ਲੋੜ ਛੱਡਣ ਦੀ, ਜਦੋਂ ਸਾਰੀ ਦੁਨੀਆ ਆਪਣੀਆਂ ਚੀਜ਼ਾਂ ਨੂੰ ਫੜ ਕੇ ਬੈਠੀ ਹੋਈ ਹੈ। ਵੈਸਟਰਨ ਕਲਚਰ ਨੂੰ ਅਸੀਂ ਕਿਉਂ ਫੋਲੋ ਕਰੀਏ? ਜਿਹੜੀਆਂ ਆਪਣੀਆਂ ਧਾਰਮਿਕ ਚੀਜ਼ਾਂ ਨੇ ਉਹਨਾਂ ਨੂੰ ਰੱਖੋ, ਉਹਨਾਂ ਨੂੰ ਨਾ ਛੱਡੋ। ਗੱਲ ਦੇ ਵਿੱਚ ਹਜ਼ੂਰੀਆ ਜਦੋਂ ਪਾਠ ਕਰ ਰਹੇ ਹੋ, ਜੇ ਕਿਤੇ ਮੰਨ ਲਓ ਤੁਹਾਨੂੰ ਗੁਰਕਣਾ ਵੀ ਪੈਂਦਾ ਹਜ਼ੂਰੀ ਦੇ ਨਾਲ ਕਰ ਸਕਦੇ ਤੁਸੀਂ।
ਜਾਂ ਕਿਤੇ ਟੱਚ ਕਰਨਾ ਕਰ ਸਕਦੇ ਹੋ, ਠੀਕ ਹੈ। ਸੋ ਇਸ ਕਰਕੇ ਜਿਹੜੇ ਬੱਚੇ ਅਜੇ ਮੰਨ ਲਓ ਜਿਨ੍ਹਾਂ ਨੇ ਕੇਸ ਨਹੀਂ ਰੱਖੇ, ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਜਾਂ ਜਿਨ੍ਹਾਂ ਦੇ ਵਾਲ ਕੱਟੇ ਹੋਏ ਨੇ, ਕਈ ਐਸੇ ਵੀ ਹੈ ਨੇ ਉਹ ਪਰ ਫਿਰ ਵੀ ਪਾਠ ਕਰਦੇ ਨੇ, ਪਰ ਉਹਨਾਂ ਵਾਸਤੇ ਜ਼ਰੂਰੀ ਹੈ ਵੀ ਜਦੋਂ ਵੀ ਪਾਠ ਕਰਨਾ ਸਾਰਿਆਂ ਵਾਸਤੇ ਵੀ ਸਿਰ ਆਪਣਾ ਢੱਕਿਆ ਹੋਏ। ਤੇ ਜਿਹੜੀਆਂ ਨਿਤਨੇਮ ਦੀਆਂ 5 ਸਟੇਜਾਂ ਨੇ, ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਪਹਿਲਾ ਹੈ ਵੀ ਅਸੀਂ ਪਾਠ ਪੜ੍ਹਦੇ ਹਾਂ, ਅਸੀਂ ਰੀਡ ਕਰ ਰਹੇ ਹਾਂ, ਪੜ੍ਹ ਰਹੇ ਹਾਂ, ਠੀਕ ਹੈ। ਉਸ ਤੋਂ ਅਗਲਾ ਅਸੀਂ ਸਾਰੀ ਜ਼ਿੰਦਗੀ ਸਿਰਫ ਪੜ੍ਹਨ ਤੇ ਨਹੀਂ ਖੜੇ ਰਹਿਣਾ, ਅੱਗੇ ਜਾਣਾ, ਹੋਰ ਵੀ ਸਟੇਜਾਂ ਨੇ। ਅਗਲੀ ਸਟੇਜ ਹੈ ਅਰਥ, ਜੋ ਗੁਰਬਾਣੀ ਦੇ ਅਰਥ ਨੇ ਉਹਨਾਂ ਨੂੰ ਵੀ ਸਮਝਣਾ, ਉਹਦੀ ਡੈਫੀਨੇਸ਼ਨ ਕੀ ਹੈ, ਮੀਨਿੰਗ ਕੀ ਨੇ ਗੁਰਬਾਣੀ ਦੇ, ਉਹਨਾਂ ਨੂੰ ਵੀ ਸਮਝਣਾ ਹੈ। ਉਸ ਤੋਂ ਬਾਅਦ ਹੈ ਵਿਚਾਰ, ਉਸ ਤੋਂ ਵੀ ਅੱਗੇ ਡੀਪ ਹੋਰ ਗੱਲਾਂ, ਅੱਗੇ ਉਸਦੀ ਵਿਚਾਰ ਜਿਹੜੀ ਕੰਪਰੀਹੈਂਡ ਉਹਨੂੰ ਕਰਨਾ, ਉਹਨੂੰ ਹੋਰ ਵੀ ਡਿਟੇਲ ਦੇ ਵਿੱਚ ਸਮਝਣਾ। ਫਿਰ ਉਸ ਤੋਂ ਵੀ ਅਗਲਾ ਹੈਗਾ ਵਿਸਥਾਰ, ਫਿਰ ਉਸ ਤੋਂ ਵੀ ਡਿਟੇਲ ਦੇ ਵਿੱਚ, ਡੂੰਘਾਈ ਦੇ ਵਿੱਚ ਤੁਹਾਨੂੰ ਗੁਰਬਾਣੀ ਸਮਝ ਆਏਗੀ। ਐਂਡ ਦੇ ਵਿੱਚ ਜਿਹੜਾ ਪੰਜਵੀਂ ਚੀਜ਼ ਹੈ ਉਹ ਹੈ ਅਮਲ। ਅਮਲ ਦਾ ਮਤਲਬ ਕੀ ਹੈ? ਅਮਲ ਦਾ ਮਤਲਬ ਹੈ ਟੂ ਅਡਾਪਟ ਇਨ ਆਵਰ ਪ੍ਰੈਕਟੀਕਲ ਲਾਈਫ। ਜੋ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਸਮਝ ਰਹੇ ਹਾਂ, ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਡਾਪਟ ਕਰਾਂਗੇ, ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਫਲ ਹੋਏਗੀ, ਸੁਖਮਈ ਹੋਏਗੀ। ਕਿਉਂਕਿ ਗੁਰੂ ਨੇ ਸਾਨੂੰ ਸੁੱਖ ਦੇਣ ਵਾਸਤੇ ਇਹ ਚੀਜ਼ਾਂ, ਧਰਮ ਜਿਹੜਾ ਉਹ ਆਪਾਂ ਨੂੰ ਅਲਟੀਮੇਟਲੀ ਸੁੱਖ ਦਿੰਦਾ ਹੈ। ਅਸੀਂ ਗੁਰੂ ਦੇ ਮਾਰਗਦਰਸ਼ਨ ਤੋਂ ਬਿਨਾਂ ਜੋ ਵੀ ਕਰਦੇ ਹਾਂ ਨਾ, ਉਹਦੇ ਨਾਲ ਐਂਡ ਦੇ ਵਿੱਚ ਸਾਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ। ਪਰ ਜੋ ਗੁਰੂ ਦੇ ਗਾਈਡ 'ਚ ਅਸੀਂ ਕਰਦੇ ਹਾਂ, ਚਾਹੇ ਸਾਡੇ ਕੋਲ ਪੈਸਾ ਘੱਟ ਵੀ ਹੋਵੇ, ਪਰ ਫਿਰ ਵੀ ਸਾਨੂੰ ਸੁੱਖ ਪ੍ਰਾਪਤ ਹੋਏਗਾ। ਇੰਨਾ ਕੁਝ ਕਹਿੰਦੇ ਹੋਇਆ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਰੱਖਦੇ ਅਸੀਂ ਵੀ ਉਹਨਾਂ ਕੋਲ ਸਿੱਖਾਂਗੇ ਕੁਛ, ਅੰਮ੍ਰਿਤ ਵੇਲੇ ਆਪ ਵੀ ਜੇ ਘੱਟ ਤੋਂ ਘੱਟ ਮੂਲ ਮੰਤਰ ਦਾ ਜਾਪ ਤੇ ਕਰਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੱਚਿਆਂ ਦੀ ਫਨ ਐਕਟੀਵਿਟੀ ਹੋਈ, ਸਾਰੇ ਬੱਚਿਆਂ ਨੇ ਇੰਜੋਏ ਕਰ। ਤੇ ਤੁਹਾਡੇ ਕੋਲ ਇੱਕ ਬਾਲ ਘੁੰਮੂਗੀ ਤੇ ਤੁਹਾਡੇ ਕੋਲ ਇੱਕ ਸੌਫਟ ਟॉय ਘੁੰਮੂਗਾ। ਜਿਹਦੇ ਕੋਲ ਹੁਣ ਸੌਫਟ ਟॉय ਹੋਊਗਾ ਨਾ, ਜਦੋਂ ਮਿਊਜ਼ਿਕ ਸਟਾਪ ਹੋਏਗਾ ਹਨਾ, ਮਤਲਬ ਕਿ ਟॉय ਤੁਹਾਡੇ ਕੋਲ ਆ ਤੇ ਤੁਹਾਨੂੰ ਉੱਠ ਕੇ ਇੱਕ ਚਿੱਟ ਕੱਢਣੀ ਪਊਗੀ। ਚਿੱਟ ਦੇ ਵਿੱਚ ਇੱਕ ਕੁਐਸਚਨ ਆ, ਤੇ ਉਹ ਕੁਐਸਚਨ ਦੇ ਅਕੋਰਡਿੰਗ ਤੁਸੀਂ ਆਨਸਰ ਦੇਣਾ, ਜਾਂ ਜੋ ਵੀ ਵਿੱਚ ਕੁਐਸਚਨ ਲਿਖਿਆ ਹੋਊਗਾ ਉਹ ਤੁਸੀਂ ਪ੍ਰੀਟੈਂਡ ਕਰਨਾ, ਠੀਕ ਹੈ। ਰਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਾਜ, ਜਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼। ਰਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਾਜ। ਨੇਮ ਆਫ ਫੋਰ ਸੈਜਨ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਇਹਨਾਂ ਦੀ ਕੁਐਸਚਨ ਹੈ ਕਿ ਜਪਜੀ ਸਾਹਿਬ ਦੀਆਂ ਪਹਿਲੀਆਂ 2 ਪੌੜੀਆਂ ਦਾ ਪਾਠ ਕਰਕੇ ਸੁਣਾਓ। ਕਿਉਂ ਪਾਠ? ਸਤਨਾਮ ਜੈ ਬੋਲੇ ਦਾ ਮੂਰਤੀ ਹੈ ਗੁਰੂ ਸਾਹਿਬ ਸਤ ਹੈ ਵੀ ਸਤ ਨਾਨਕ। Short story in Punjabi or English, preferably Punjabi. ਫੁੱਟਬਾਲ ਖੇਡਦਾ ਸੀ ਤੇ ਇੱਕ ਦਿਨ ਮੈਂ ਇਹਦੀ ਕਲਾਸ 'ਚ ਗਿਆ ਸੀ, ਪਰ ਉੱਥੇ ਮੈਨੂੰ ਉਹਨਾਂ ਨੇ ਖੇਡਣ ਨਹੀਂ ਦਿੱਤਾ ਕਿਉਂਕਿ ਮੈਂ ਕਲਾਸ 'ਚ ਨਹੀਂ ਸੀ। ਇਹ ਉੱਥੇ ਰਨਿੰਗ ਪ੍ਰੈਕਟਿਸ ਕਰ ਰਹੇ ਸੀ ਤੇ ਮੈਂ ਸੋਚਦਾ ਸੀ ਇਹ ਕਾਫੀ ਤੇਜ਼ ਭੱਜਦਾ, ਪਰ ਉੱਥੇ ਇੱਕ 6 ਸਾਲ ਦਾ ਬੱਚਾ ਇਹਦੇ ਨਾਲ ਤੇਜ਼ ਭੱਜ। 1 ਮਿੰਟ ਲਈ ਜੰਪਿੰਗ ਜੈਕ। 11 12 13 14 15 16 17 18 19 20 21 22 23 24 25 26 27 28 29 30 31 32 33 ਅੰਤ ਵੇਲੇ ਚਿੱਟੀ ਤੂੰ ਪਾਏ ਤੂੰ ਜੰਗਲੀ ਪੰਜ ਪੀਰ ਦੇ ਤੇ ਤੂੰ ਤੋਰਿਆ ਟੀਚਰ ਇਹਨਾਂ ਤੋਂ ਇੱਕ ਸਵਾਲ ਪੁੱਛਣਗੇ। ਤੁਹਾਡਾ ਸਵਾਲ ਹੈਗਾ ਕਿ ਗੁਰਮੁਖੀ ਅਲਫਾਬੈਟ ਜਿਹੜਾ ਹੈਗਾ ਉਹਦੇ ਵਿੱਚ ਕੁੱਲ ਕਿੰਨੇ ਅੱਖਰ ਨੇ? ਬਿਲਕੁਲ ਠੀਕ ਆਨਸਰ ਇਹਨਾਂ ਦਾ। ਪੰਜਾਬੀ ਦੇ ਵਿੱਚ ਆਪਣੀ ਜਾਣ ਪਹਿਚਾਣ मैं 10 साल की हाँ, मैं 5वीं क्लास में था। मेरे स्कूल का नाम लीसिंग हाई स्कूल है। मेरे मम्मा जी का नाम कुलदीप कौर है, मेरे पापा जी का नाम गुरमेल सिंह है, भैन का नाम अशोक कौर है। ਸਵਾਲ ਆਇਆ ਕਿ ਇਹਨਾਂ ਦੇ ਆਪਣੇ ਆਪ ਨੂੰ ਜਿੰਨਾ ਜ਼ਿਆਦਾ ਮੰਕੀ ਵਾਂਗੂ ਬਣਾ ਸਕਦੇ ਨੇ ਉਹਨਾਂ ਬਣਾਉਣਗੇ।
और हाँ जी ओके हाँ जी ਇਹਨਾਂ ਨੇ ਸਵਾਲ ਆਇਆ ਕਿ ਇਹਨਾਂ ਨੇ ਬੁੱਢਾ ਜਾਂ ਬੁੱਢੀ ਬਣ ਕੇ ਦਿਖਾਣਾ हाँ जी हाँ जी ਤੁਸੀਂ ਬਹੁਤ ਵਧੀਆ Draw a picture using your toy. हाँ जी Well done, good. ये picture बनाने के बाद साढ़े 10 मिनट की बनाया हाँ जी मैंने समझ आ रही है उसने की बनाया हाँ जी की सेब हाँ जी ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।